दक्ष ऑन एक साथ संपत संपत दक्ष एक दो तीन उपविश दक्ष उपविश गीत है, पीछे पीछे बोलेंगे। संगठन गढ़े चलो, सुपंथ पे बढ़े चलो। संगठन गढ़े चलो, सुपंथ पर बढ़े चलो। भला हो जिसमें देश का वो काम सब किए चलो। भला हो जिसमें देश का वो काम सब किए चलो। भूल कर भी मुक्त जाति पंथ की न बात हो। भूल कर भी मुक्त जाति पंथ की न बात हो। भाषा प्रांत के लिए कभी न रक्तपात हो। भाषा प्रांत के लिए कभी न रक्तपात हो। फूट का भरा घड़ा है, फोड़ के बढ़े चलो। फूट का भरा घड़ा है, फोड़ कर बढ़े चलो। भाषा प्रांत के लिए कभी न रक्तपात हो। भाषा प्रांत के लिए कभी न रक्तपात हो। फूट का भरा घड़ा है, फोड़ कर बढ़े चलो। फूट का भरा घड़ा है, फोड़ कर बढ़े चलो। संगठन गढ़े चलो, सुपंथ पर बढ़े चलो। संगठन गढ़े चलो, सुपंथ पर बढ़े चलो। आ रही है आज चारों ओर से यही पुकार। आ रही है आज चारों ओर से यही पुकार। हम करेंगे त्याग मातृभूमि के लिए अपार। हम करेंगे त्याग मातृभूमि के लिए अपार। कष्ट जो मिलेंगे मुस्कुरा के सब सहेंगे हम। 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 देश के लिए सदा जिएंगे और मरेंगे हम। देश के लिए सदा जिएंगे और मरेंगे हम। देश का ही भाग्य अपना भाग्य है ये सोच लो। देश का ही भाग्य अपना भाग्य है ये सोच लो। संगठन गढ़े चलो, सुपंथ पे बढ़े चलो। संगठन गढ़े चलो, सुपंथ पर बढ़े चलो। भला हो जिसमें देश का वो काम सब किए चलो। भला हो जिसमें देश का वो काम सब किए चलो। जय हिंद, जय भारत।
ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਹਿੰਦੂ ਜਾਤੀ ਦੇ ਤਵਜ ਮਹਾਨ, ਹਿੰਦੂ ਜਾਤੀ ਦੇ ਤਵਜ ਮਹਾਨ। ਇਸ ਭਗਵੇ ਨੂੰ ਪ੍ਰਣਾਮ ਕਰੋ। ਇਸ ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਆਦਿ ਯੁੱਗ ਤੋਂ ਹਿੰਦੂ ਜਾਤੀ ਦਾ, ਯੁੱਗ ਤੋਂ ਹਿੰਦੂ ਜਾਤੀ ਦਾ ਮਹਾਨ ਇਹੀ ਨਿਸ਼ਾਨ ਰਿਹਾ। ਮਹਾਨ ਹੀ ਨਿਸ਼ਾਨ ਰਿਹਾ। ਤੇਜ ਤਿਆਗ ਸਾਹਸ ਸਰੂਪ, ਤੇਜ ਤਿਆਗ ਸਾਹਸ ਸਰੂਪ। ਝੰਡੇ ਦਾ ਹੁੰਦਾ ਮਾਨ ਰਿਹਾ। ਝੰਡੇ ਦਾ ਹੁੰਦਾ ਮਾਨ ਰਿਹਾ। ਦੇਸ਼ ਧਰਮ ਦਾ ਹੈ ਪ੍ਰਤੀਕ, ਦੇਸ਼ ਧਰਮ ਦਾ ਹੈ ਪ੍ਰਤੀਕ। ਇਸ ਦੀ ਸੇਵਾ ਨਿਸ਼ਕਾਮ ਕਰੋ। ਇਸ ਦੀ ਸੇਵਾ ਨਿਸ਼ਕਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਝੰਡਾ ਸ਼ੇਰ ਜਵਾਨਾਂ ਦਾ, ਝੰਡਾ ਸ਼ੇਰ ਜਵਾਨਾਂ ਦਾ। ਰਨ ਮਰਦਾਂ ਦਾ ਵਿਦਵਾਨਾਂ ਦਾ, ਰਣ ਮਰਦਾਂ ਦਾ ਵਿਦਵਾਨਾਂ ਦਾ। ਸਦਾ ਜਿੱਤ ਕੇ ਆਉਂਦੇ ਰਹੇ। ਸਦਾ ਜਿੱਤ ਕੇ ਆਉਂਦੇ ਰਹੇ। ਉਹਨਾਂ ਵੀਰ ਬਲਵਾਨਾਂ ਦਾ, ਉਹਨਾਂ ਵੀਰ ਬਲਵਾਨਾਂ ਦਾ। ਜਿਸ ਦੇ ਦਰਸ਼ਨ ਤੋਂ ਜਿੱਤ ਹੁੰਦੀ, ਜਿਸ ਦੇ ਦਰਸ਼ਨ ਤੋਂ ਜਿੱਤ ਹੁੰਦੀ। ਉਸ ਦਾ ਉੱਚਾ ਨਾਮ ਕਰੋ। ਉਸ ਦਾ ਉੱਚਾ ਨਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਭਗਵੇ ਨੂੰ ਪ੍ਰਣਾਮ ਕਰੋ, ਤਵਜ ਭਗਵੇ ਨੂੰ ਪ੍ਰਣਾਮ ਕਰੋ। ਪਰਮ ਪਵਿੱਤਰ ਭਗਵਤ ਵਚ ਅਧਿਕਾਰੀਗਣ ਅਤੇ ਬਹੁਤ ਹੀ ਸਤਿਕਾਰਤ ਸਵੈਮ ਸਿੱਖ ਭਰਾਵੋ, ਅੱਜ ਅਸੀਂ ਗੁਰੂ ਪੂਰਨਿਮਾ ਦੇ ਪਵਿੱਤਰ ਉਤਸਵ ਨੂੰ ਮਨਾਉਣ ਵਾਸਤੇ ਕਰੋਨਾ ਸੰਕਟ ਦੇ ਕਾਰਨ ਆਪਣੇ ਘਰ ਤੋਂ ਹੀ ਇਸ ਉਤਸਵ ਨੂੰ ਮਨਾ ਰਹੇ ਹਾਂ। ਸੰਘ ਦੇ ਕਾਰਿਆਂ ਦੇ ਵਿੱਚ ਗੁਰੂ ਪੂਰਨਿਮਾ ਦਾ ਇੱਕ ਮਹੱਤਵਪੂਰਨ ਸਥਾਨ ਹੈ। ਇਸ ਨੂੰ ਅਸੀਂ ਵਿਆਸ ਪੂਰਨਿਮਾ ਦੇ ਨਾਮ ਨਾਲ ਵੀ ਜਾਣਦੇ ਹਾਂ, ਕਿਉਂਕਿ ਕਿਹਾ ਗਿਆ ਹੈ ਵਿਆਸੋ ਨਾਰਾਇਣ ਸਵਯੰ, ਭਾਵ ਵੇਦ ਵਿਆਸ ਜੀ ਨੂੰ ਜਗਤ ਗੁਰੂ ਮੰਨਿਆ ਗਿਆ ਹੈ। ਇਸ ਕਰਕੇ ਅਸੀਂ ਇਸ ਨੂੰ ਵਿਆਸ ਪੂਰਨਿਮਾ ਦੇ ਨਾਮ ਨਾਲ ਵੀ ਜਾਣਦੇ ਹਾਂ। ਗੁਰੂ ਦਾ ਜੀਵਨ ਵਿੱਚ ਮਹੱਤਵ ਇਹ ਸਾਡੀ ਭਾਰਤੀ ਸੰਸਕ੍ਰਿਤੀ ਨੇ ਸਾਨੂੰ ਵਾਰ-ਵਾਰ ਦਰਸਾਇਆ ਹੈ। ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ, ਗੁਰ ਬਿਨ ਹੋਏ ਨਾ ਗਿਆਨ। ਕਬੀਰਦਾਸ ਜੀ ਨੇ ਵੀ ਗੁਰੂ ਦਾ ਸਥਾਨ ਉੱਚ ਦੱਸਿਆ ਹੈ। ਅਸੀਂ ਗੁਰੂ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ ਆਪਣੇ ਜੀਵਨ ਨੂੰ ਹੋਰ ਵੀ ਉੱਚ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਦਾ ਅਰਥ ਅਸੀਂ ਸਮਝਦੇ ਹਾਂ ਕਿ ਸਾਨੂੰ ਅੰਧੇਰੇ ਤੋਂ ਪ੍ਰਕਾਸ਼ ਦੇ ਵੱਲ ਲੈ ਕੇ ਜਾਣ ਵਾਲਾ, ਅਗਿਆਨ ਤੋਂ ਗਿਆਨ ਦੇ ਵੱਲ ਲੈ ਕੇ ਜਾਣ ਵਾਲਾ। ਇਸ ਕਰਕੇ ਗੁਰੂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਸੰਘ ਨੇ ਵੀ ਇਸ ਸਾਡੀ ਭਾਰਤੀ ਸੰਸਕ੍ਰਿਤੀ ਨੂੰ ਅਪਣਾਉਂਦੇ ਹੋਏ, ਗੁਰੂ ਦੇ ਮਹੱਤਵ ਨੂੰ ਸਮਝਦੇ ਹੋਏ ਭਗਵਤ ਵਚ ਨੂੰ ਆਪਣਾ ਗੁਰੂ ਮੰਨਿਆ ਹੈ। ਅਸੀਂ ਗੁਰੂ ਕਿਸ ਨੂੰ ਧਾਰੀਏ, ਇਸ ਦੇ ਬਾਰੇ ਦੱਸਦੇ ਨੇ ਕਿ ਸਭ ਤੋਂ ਪ੍ਰਥਮ ਗੁਰੂ ਸਾਡੀ ਮਾਤਾ ਹੈ। ਇਸ ਕਰਕੇ ਕਹਿੰਦੇ ਨੇ ਮਾਤਰੀ ਦੇਵੋ ਭਵ,
ਪਿਤਰੀ ਦੇਵੋ ਭਵੋ, ਪਿਤਾ ਦਾ ਵੀ ਸਾਡੇ ਜੀਵਨ ਦੇ ਵਿੱਚ ਮਹਾਨ ਸਥਾਨ ਹੈ। ਸੋ ਭਗਵਾਨ ਦੱਤਾਤਰੇय ਜੀ ਨੇ 24 ਗੁਰੂ ਧਾਰੇ। ਕਹਿਣ ਦਾ ਭਾਵ ਕਿ ਗੁਰੂ ਸਾਡੇ ਜੀਵਨ ਨੂੰ ਉੱਚ ਸਥਾਨ ਤੱਕ ਲੈ ਜਾ ਸਕਦਾ ਹੈ। ਸੰਘ ਦੀ ਸਥਾਪਨਾ ਤੋਂ ਬਾਅਦ ਪਰਮ ਪੂਜਨੀय ਡਾਕਟਰ ਸਾਹਿਬ ਔਰ ਸਾਡੇ ਅਧਿਕਾਰੀਆਂ ਨੇ ਵੀ ਇਹ ਵਿਚਾਰ ਕੀਤਾ ਕਿ ਗੁਰੂ ਸੰਘ ਦਾ ਗੁਰੂ ਕੌਣ ਹੋਵੇ। ਸੰਘ ਕਾਰਿਆ ਦੇ ਵਿੱਚ ਪਰਮ ਪਵਿੱਤਰ ਭਗਵਾ ਧਵਜ ਨੂੰ ਗੁਰੂ ਦੀ ਮਾਨਤਾ ਦੇਣ ਦੇ ਬਹੁਤ ਸਾਰੇ ਕਾਰਨ ਹਨ। ਸਾਡੇ ਰਿਸ਼ੀਆਂ ਨੇ ਗੁਰੂ ਦੇ ਗੁਣਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਹੈ। ਸੋ ਅਜਿਹੇ ਸਾਰੇ ਗੁਣ ਕਿਸੇ ਇੱਕ ਵਿਅਕਤੀ ਦੇ ਵਿੱਚ ਮਿਲਣਾ ਬਹੁਤ ਮੁਸ਼ਕਲ ਹੈ। ਇਸ ਕਰਕੇ ਇੱਕ ਪ੍ਰਤੀਕ ਦੇ ਰੂਪ ਦੇ ਵਿੱਚ ਪਰਮ ਪਵਿੱਤਰ ਭਗਵਾ ਧਵਜ ਨੂੰ ਆਪਣਾ ਗੁਰੂ ਮੰਨਿਆ ਹੈ। ਦੂਸਰਾ ਕਾਰਨ, ਵਿਅਕਤੀ ਨਾਸ਼ਵਾਨ ਹੈ। ਇਸ ਕਰਕੇ ਵਿਅਕਤੀ ਦੀ ਅਨੁਪਸਥਿਤੀ ਦੇ ਵਿੱਚ ਸੰਗਠਨ ਵਿਅਕਤੀਨਿਸ਼ਟ ਹੋ ਕੇ ਕਈ ਵਾਰ ਇਸ ਦਾ ਨੁਕਸਾਨ ਹੋ ਸਕਦਾ ਹੈ। ਤੀਸਰਾ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਸਭ ਜਗ੍ਹਾ ਤੇ ਉਪਸਥਿਤ ਨਹੀਂ ਹੋ ਸਕਦਾ। ਜਿਸ ਤਰ੍ਹਾਂ ਸੰਘ ਦੀਆਂ ਹਜ਼ਾਰਾਂ ਸ਼ਾਖਾਵਾਂ ਲੱਗਦੀਆਂ ਹਨ, ਅਸੀਂ ਹਰ ਸ਼ਾਖਾ ਦੇ ਵਿੱਚ ਪਰਮ ਪਵਿੱਤਰ ਭਗਵਾ ਧਵਜ ਦੀ ਛਤਰ ਛਾਇਆ ਦੇ ਵਿੱਚ ਪ੍ਰੇਰਨਾ ਲੈਂਦੇ ਹਾਂ। ਇਸ ਕਰਕੇ ਇੱਕ ਵਿਅਕਤੀ ਸਭ ਜਗ੍ਹਾ ਉਪਸਥਿਤ ਨਹੀਂ ਹੋ ਸਕਦਾ। ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਵਿਅਕਤੀ ਨਾਸ਼ਵਾਨ ਹੈ। ਇਸ ਕਰਕੇ ਵਿਅਕਤੀ ਦੇ ਮਰਨ ਉਪਰੰਤ ਸੰਗਠਨ ਆਪਣੇ ਉਦੇਸ਼ਾਂ ਤੋਂ ਭਟਕਣ ਦੀ ਸੰਭਾਵਨਾ ਹੋ ਸਕਦੀ ਹੈ। ਸੰਘ ਵਿਅਕਤੀਨਿਸ਼ਟ ਨਾ ਹੋ ਕੇ ਤੱਤਵਨਿਸ਼ਟ ਸਮਾਜ ਦੀ ਰਚਨਾ ਕਰਨਾ ਚਾਹੁੰਦਾ ਹੈ। ਇਸ ਕਰਕੇ ਸਾਰੇ ਕਾਰਨਾਂ ਕਰਕੇ ਅਸੀਂ ਪਰਮ ਪਵਿੱਤਰ ਭਗਵਾ ਧਵਜ, ਜੋ ਸਾਡੀ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ, ਨੂੰ ਆਪਣਾ ਗੁਰੂ ਮੰਨਿਆ ਹੈ। ਪਰਮ ਪਵਿੱਤਰ ਭਗਵਾ ਧਵਜ ਨੂੰ ਗੁਰੂ ਮੰਨਣ ਦਾ ਕਾਰਨ ਉਸ ਦੀ ਇਤਿਹਾਸਿਕ ਪਰੰਪਰਾ, ਉਸ ਦੀ ਇਤਿਹਾਸਿਕ ਮਹੱਤਤਾ ਵੀ ਹੈ। ਪਰਮ ਪਵਿੱਤਰ ਭਗਵਾ ਧਵਜ ਦੀ ਛਤਰ ਛਾਇਆ ਦੇ ਵਿੱਚ ਹੀ ਭਾਰਤ ਜਗਤ ਗੁਰੂ ਬਣਿਆ। ਪਰਮ ਪਵਿੱਤਰ ਭਗਵਾ ਧਵਜ ਅਨਾਦਿ ਕਾਲ ਤੋਂ ਪਰੰਪਰਾਵਾਂ ਦਾ ਵਾਹਕ ਹੈ। ਪਰਮ ਪਵਿੱਤਰ ਭਗਵਾ ਧਵਜ ਦੀ ਬਲੀਦਾਨੀ ਪਰੰਪਰਾ ਅਤੇ ਸ਼ੌਰਿਆ ਦਾ ਵੀ ਪ੍ਰਤੀਕ ਹੈ। ਭਾਰਤੀ ਇਤਿਹਾਸ ਦੇ ਵਿੱਚ ਭਗਵਾ ਧਵਜ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸੇ ਤਰੀਕੇ ਨਾਲ ਹੀ ਸਾਂਸਕ੍ਰਿਤਿਕ ਦ੍ਰਿਸ਼ਟੀਕੋਣ ਨਾਲ ਵੀ ਪਰਮ ਪਵਿੱਤਰ ਭਗਵਾ ਧਵਜ ਦਾ ਬਹੁਤ ਮਹੱਤਵ ਹੈ। ਇਹ ਸਾਡੀ ਸਾਂਸਕ੍ਰਿਤਿਕ ਜੀਵਨ ਧਾਰਾ ਹੈ। ਪਰਮ ਪਵਿੱਤਰ ਭਗਵਾ ਧਵਜ ਦਾ ਸਰੂਪ ਜਲਦੀ ਹੋਈ ਅਗਨੀ, ਜਿਸ ਤਰ੍ਹਾਂ ਅਸੀਂ ਅਗਨੀ ਦੇ ਵਿੱਚ, ਯੱਗ ਦੇ ਵਿੱਚ ਕੋਈ ਵੀ ਚੀਜ਼ ਪਾਈਏ, ਸੁਆਹਾ ਕਰੀਏ, ਅੱਛੇ ਬੁਰੇ ਵਿਚਾਰਾਂ ਨੂੰ ਇਹ ਸਮਾ ਲੈਂਦੀ ਹੈ। ਪਰਮ ਪਵਿੱਤਰ ਭਗਵਾ ਧਵਜ ਜੋ ਹੈ ਉਹ ਪ੍ਰਕਾਸ਼ ਦਾ ਪ੍ਰਤੀਕ ਹੈ। ਸੂਰਿਆ ਨਾਰਾਇਣ ਦੇ ਰਥ ਦੇ ਉੱਪਰ ਲਹਿਰਾਉਣ ਵਾਲਾ ਸਾਡਾ ਪਰਮ ਪਵਿੱਤਰ ਭਗਵਾ ਧਵਜ ਸਾਡਾ ਗੁਰੂ ਹੈ। ਇਸ ਚੀਜ਼ ਦਾ ਸਾਨੂੰ ਮਾਣ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਹਿੰਦੂ ਸੰਸਕ੍ਰਿਤੀ ਦਾ ਪ੍ਰਤੀਕ ਹੈ, ਹਿੰਦੂਤਵ ਦਾ ਪ੍ਰਤੀਕ ਹੈ। ਅਸੀਂ ਦੇਖਦੇ ਹਾਂ ਮਠ, ਮੰਦਰ, ਯੱਗਸ਼ਾਲਾ ਸਭ ਜਗ੍ਹਾ ਇਹੀ ਧਵਜ ਫਹਿਰਾਉਂਦਾ ਹੈ। ਸਾਧੂ ਸੰਤਾਂ, ਸੰਨਿਆਸੀਆਂ, ਯੋਧਿਆਂ ਦਾ ਬਾਣਾ ਹੈ, ਤਿਆਗ ਦਾ ਪ੍ਰਤੀਕ ਹੈ, ਸਰਵਸਵ ਅਰਪਣ ਕਰਨ ਦਾ ਪ੍ਰਤੀਕ ਹੈ। ਸਭ ਤੋਂ ਵੱਡੀ ਵਿਸ਼ੇਸ਼ਤਾ ਜੀਵਨ ਦੇ ਵਿੱਚ ਸਮਭਾਵ ਦਾ ਪ੍ਰਤੀਕ ਹੈ। ਅਸੀਂ ਦੇਖਦੇ ਹਾਂ ਕਿ ਭਗਵਾਧਾਰੀ ਵਿਅਕਤੀ ਤੋਂ ਅਸੀਂ ਉਸ ਦੀ ਜਾਤ ਨਹੀਂ ਪੁੱਛਦੇ। ਸੋ ਭਗਵਾ ਰੰਗ ਇੱਕ ਸਮਭਾਵ ਦਾ ਪ੍ਰਤੀਕ ਵੀ ਹੈ। ਐਸੇ ਮਹਾਨ ਗੁਰੂ ਤੋਂ ਪ੍ਰੇਰਨਾ ਲੈਂਦੇ ਹੋਏ ਸੰਘ ਦੇ ਸਵੈਂਸਿੱਖ ਆਪਣੇ ਜੀਵਨ ਵਿੱਚ ਸਮਰਪਣ, ਸੇਵਾ ਅਤੇ ਤਿਆਗ ਦੀ ਭਾਵਨਾ ਲੈ ਕੇ ਆਉਂਦੇ ਹਨ।
ਅਸੀਂ ਸੰਘ ਦੇ ਇਤਿਹਾਸ ਬਾਰੇ ਅਗਰ ਝਾਤੀ ਮਾਰੀਏ, ਚਾਹੇ ਉਹ 1947 ਦਾ ਸਮਾਂ ਹੋਵੇ, 1948 ਦਾ ਪ੍ਰਤੀਬੰਧ ਹੋਵੇ, 1977 ਦੀ ਐਮਰਜੈਂਸੀ ਹੋਵੇ, ਜਾਂ ਹੋਰ ਵੀ ਕੋਈ ਸਮਾਂ ਹੋਵੇ ਜਿਸ ਦੇ ਵਿੱਚ ਸੰਘ ਦੇ ਸਵੈਮਸੇਵਕਾਂ ਨੇ ਭਗਵਾ ਧਵਜ ਤੋਂ ਪ੍ਰੇਰਨਾ ਲੈਂਦੇ ਹੋਏ ਆਪਣਾ ਸਮਰਪਣ ਸਮਾਜ ਪ੍ਰਤੀ ਦਿੱਤਾ। ਇਸੇ ਸਮਰਪਣ ਨੂੰ ਹੀ ਜਾਰੀ ਰੱਖਦੇ ਹੋਏ ਅਸੀਂ ਅੱਜ ਦੇ ਸੰਕਟਕਾਲੀਨ ਕਰੋਨਾ ਯੁੱਗ ਦੇ ਵਿੱਚ ਵੀ ਸੰਘ ਦੇ ਸਵੈਮਸੇਵਕਾਂ ਨੇ ਸੇਵਾ ਦਾ ਭਾਵ ਜਗਾਇਆ। ਸਾਡਾ ਇਸ ਸੇਵਾ ਦੇ ਭਾਵ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਲਗਭਗ 22 ਲੱਖ ਤੋਂ ਵੱਧ ਭੋਜਨ ਦੇ ਪੈਕਟ ਲੋੜਵੰਦ ਲੋਕਾਂ ਨੂੰ ਵੰਡੇ ਗਏ। 21 ਲੱਖ ਤੋਂ ਵੱਧ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਲੱਖ ਦੇ ਲਗਭਗ ਆਯੁਰਵੈਦਿਕ ਕਾੜਾ ਪਿਲਾਇਆ ਗਿਆ ਲੋਕਾਂ ਨੂੰ। ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਰਕਤਦਾਨ ਹੋਵੇ, ਚਾਹੇ ਗਊਸ਼ਾਲਾਵਾਂ ਦੀ ਸੇਵਾ ਹੋਵੇ, ਚਾਹੇ ਸ਼ਹਿਰਾਂ ਤੇ ਬਸਤੀਆਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਹੋਵੇ, ਚਾਹੇ ਪਸ਼ੂ ਪੰਛੀਆਂ ਦੀ ਸੇਵਾ ਦਾ ਕੰਮ ਹੋਵੇ, ਸੰਘ ਦੇ ਸਵੈਮਸੇਵਕਾਂ ਨੇ ਇਸ ਪਰਮ ਪਵਿੱਤਰ ਭਗਵਾ ਧਵਜ ਤੋਂ ਪ੍ਰੇਰਨਾ ਲੈਂਦੇ ਹੋਏ ਅੱਜ ਦੇ ਇਸ ਔਖੇ ਸਮੇਂ ਦੇ ਵਿੱਚ ਵੀ ਸਮਾਜ ਦੇ ਪ੍ਰਤੀ ਆਪਣਾ ਸਮਰਪਣ ਦਿਖਾਇਆ। ਸੋ ਇਸ ਪਵਿੱਤਰ ਧਵਜ ਦੀ ਛਤਰ ਛਾਇਆ ਦੇ ਵਿੱਚ ਸੰਘ ਦੇ ਸਵੈਮਸੇਵਕਾਂ ਨੇ ਪ੍ਰੇਰਨਾ ਲੈਂਦੇ ਹੋਏ ਆਪਣੀ ਭਾਰਤੀ ਸੰਸਕ੍ਰਿਤੀ ਦਾ ਗੌਰਵ, ਆਪਣੀ ਭਾਰਤੀ ਸੰਸਕ੍ਰਿਤੀ ਦਾ ਗੌਰਵ ਸਿਰ ਉੱਚਾ ਕੀਤਾ। ਅਸੀਂ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਵਿਸ਼ਵ ਵਿਆਪੀ ਕਰੋਨਾ ਕਾਲ ਦੇ ਵਿੱਚ ਭਾਰਤ ਦੀ ਸੰਸਕ੍ਰਿਤੀ ਦਾ ਜੋ ਸਥਾਨ ਹੈ ਉਹ ਬਹੁਤ ਉੱਚਾ ਹੋਇਆ। ਸਾਡੀ ਸੰਸਕ੍ਰਿਤੀ ਦੇ ਵਿੱਚ ਨਮਸਤੇ ਕਰਨ ਦੀ ਪਰੰਪਰਾ, ਸ਼ਾਕਾਹਾਰ ਦੀ ਪਰੰਪਰਾ, ਆਪਣੇ ਪਰਿਵਾਰਿਕ ਵਿਵਸਥਾ ਦੀ ਪਰੰਪਰਾ, ਯੋਗ, ਪ੍ਰਾਣਾਯਾਮ, ਆਯੁਰਵੇਦ ਦਾ ਮਹੱਤਵ, ਸਵੇਰੇ ਜਲਦੀ ਉੱਠਣਾ, ਮਿਲ ਕੇ ਭੋਜਨ ਕਰਨਾ। ਮ੍ਰਿਤੂ ਤੋਂ ਬਾਅਦ ਵੀ ਅਸੀਂ ਦੇਖਿਆ ਕਿ ਹੁਣ ਲੋਕਾਂ ਨੂੰ ਇਸ ਚੀਜ਼ ਦਾ ਮਹੱਤਵ ਸਮਝ ਆਇਆ ਕਿ ਸੰਸਕਾਰ ਦਾ ਵੀ ਇੱਕ ਆਪਣਾ ਮਹੱਤਵ ਹੈ, ਅੰਤਮ ਸੰਸਕਾਰ। ਕਿਉਂਕਿ ਅਗਨੀ ਦੇ ਵਿੱਚ ਸਭ ਤਰ੍ਹਾਂ ਦੇ ਕੀਟਾਣੂ ਵਿਸ਼ਾਣੂ ਵਿਅਕਤੀ ਦੇ ਨਾਲ ਹੀ ਜਲ ਜਾਂਦੇ ਹਨ। ਸੋ ਇਸ ਪ੍ਰਾਚੀਨ ਪਰੰਪਰਾਵਾਂ ਨੂੰ ਜਾਗਰਿਤ ਰੱਖਣ ਦੇ ਲਈ, ਇਸ ਪ੍ਰਾਚੀਨ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੇ ਲਈ ਸੰਘ ਦੇ ਸਵੈਮਸੇਵਕਾਂ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਰੀ ਭੂਮਿਕਾ ਅਸੀਂ ਪਰਮ ਪਵਿੱਤਰ ਭਗਵਾ ਧਵਜ ਦੀ ਛਤਰ ਛਾਇਆ ਦੇ ਵਿੱਚ ਹੀ ਸੰਘ ਸਥਾਨ ਤੇ ਰਗੜੇ ਖਾਂਦੇ ਹੋਏ ਅਪਣਾਈ ਹੈ। ਅੱਜ ਦੇ ਇਸ ਪਵਿੱਤਰ ਦਿਨ ਗੁਰੂ ਪੂਰਨਿਮਾ ਦੇ ਇਸ ਉਤਸਵ ਤੇ ਆਓ ਆਪਾਂ ਸਾਰੇ ਸਵੈਮਸੇਵਕ ਕੁਝ ਪ੍ਰਣ ਕਰੀਏ ਕਿ ਇਸ ਸੰਕਟਕਾਲੀਨ ਸਮੇਂ ਵਿੱਚ, ਕਰੋਨਾ ਯੁੱਗ ਦੇ ਵਿੱਚ, ਆਪਾਂ ਸੰਘ ਦੇ ਇਸ ਕੰਮ ਨੂੰ ਗਤੀ ਦੇਣ ਦੇ ਲਈ ਜੋ ਵੀ ਸੰਗਠਨ ਵੱਲੋਂ ਸਾਨੂੰ ਆਗ੍ਰਹਿ ਹੁੰਦਾ ਹੈ, ਘਰ ਦੇ ਵਿੱਚ ਪਰਿਵਾਰਿਕ ਸ਼ਾਖਾ, ਸਵੈਮਸੇਵਕਾਂ ਦੀ ਸਾਂਭ ਸੰਭਾਲ, ਇਸ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਆਪਣੀ ਰੁਚੀ ਦਿਖਾਣਾ, ਇਹ ਸਾਰੀ ਪ੍ਰੇਰਨਾ ਲੈਂਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦਕਸ਼ਨਾਵਾਂ ਆਉਣਗੀਆਂ, ਉਸ ਦੇ ਪ੍ਰਤੀ ਤਿਆਰੀ, ਪਰਿਆਵਰਨ ਦੀ ਸਾਂਭ ਸੰਭਾਲ ਦੇ ਲਈ ਜੁਲਾਈ ਅਗਸਤ ਦੇ ਵਿੱਚ ਪੇੜ ਰੋਪਣ ਕਰਨਾ, ਦਰਖਤ ਲਗਾਉਣੇ ਅਤੇ ਉਹਨਾਂ ਦੀ ਸੰਭਾਲ ਕਰਨਾ, ਜਲ ਸੰਰਕਸ਼ਣ ਦੀ ਕੰਮ ਕਰਨਾ, ਇਹ ਸਾਰੇ ਕੰਮ ਅਸੀਂ ਅੱਜ ਦੇ ਇਸ ਪਵਿੱਤਰ ਦਿਨ ਤੇ ਨਿਸ਼ਚੈ ਕਰੀਏ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾਵਾਂਗੇ ਔਰ ਸੰਘ ਦੇ ਇਸ ਕਾਰਿਆਂ ਨੂੰ ਹੋਰ ਅੱਗੇ ਵਧਾਵਾਂਗੇ। ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਇਤਿਹਾਸ ਨੂੰ ਹੋਰ ਚਮਕਾਵਾਂਗੇ। ਸੋ ਮੈਂ ਇਹੀ ਸਾਰਿਆਂ ਨੂੰ ਆਗ੍ਰਹਿ ਕਰਾਂਗਾ, ਨਿਵੇਦਨ ਕਰਾਂਗਾ ਕਿ ਆਓ ਆਪਾਂ ਇਸ ਦੇ ਪਵਿੱਤਰ ਦਿਨ ਤੋਂ ਕੁਝ ਪ੍ਰੇਰਨਾ ਲਈਏ ਔਰ ਆਪਣੇ ਜੀਵਨ ਦੇ ਵਿੱਚ ਸਮਰਪਣ, ਸੇਵਾ ਔਰ ਤਿਆਗ ਦੀ ਭਾਵਨਾ ਨੂੰ ਜਾਗਰਤ ਕਰੀਏ। ਜੈ ਭਾਰਤ।
नमस्ते सदा वत्सले मातृभूमे, नमस्ते सदा वत्सले मातृभूमे, त्वया हिन्दुभूमे सुखं वर्तितोऽहम्, त्वया हिन्दुभूमे सुखं वर्तितोऽहम्, महामङ्गले पुण्यभूमे त्वदर्थे, महामङ्गले पुण्यभूमे तुदर्थे, पतत्वेशिकायो नमस्ते नमस्ते, पतत्वेशिकायो नमस्ते नमस्ते, प्रभो शक्तिमन् हिन्दुराष्ट्राङ्गभूता, प्रभो शक्तिमन् हिन्दुराष्ट्रभूता, इमे सादरं त्वां नमामो वयम्, अमेतादरं त्वां नमामो वयम्, त्वदीयाय कार्याय बद्धाकटियम्, त्वदीयाय कार्याय बद्धाय कटियम्, शुभामाशिचन्द्रे तत्पूर्तिये, शुभामाशचन्द्रे तत्पूर्तिये, अजय्याच्च विश्वस्य देहीशि शक्तिम्, अजय्याच्च विश्वस्य देहीशि शक्तिम्, शीलं जगद्येन नम्रं भवेत्, सुशीलं जगदेन रम्भं भवेत्, सुतं चैव यत्कण्टकाकीर्णमार्गम्, सुखञ्चैव यत्कण्टकाकीर्णमार्गम्, स्वयं स्वीकृतनस्तुवं कार्ये, स्वयं चैकतनसुखं कार्ये, समुत्कर्षनिःश्रेयसस्यैकमुग्रम्, समुत्कर्षनिःश्रेयसस्यैकमुग्रम्, परं साधननां वीरव्रतम्, परं साधनं वीरोव्रतम्, तदन्तस्फुरत्वक्षया धीरनिष्ठा, सन्तस्फुरत्वक्षयादेष्टा, मृगन्तः प्रजागर्तु तीव्रानिशम्, प्रजागर्ति पुरानिशम्, विजेत्री च न संहता कार्यशक्तिर्, विधायस्य धर्मस्य संरक्षणम्, परं वैभवन्दे तुमेतत् स्वराष्ट्रम्, समर्था भवत्वाशिषा ते भृशम्। भारत माता की जय। भारत माता की जय। इतनी आ जाएंगे सारे जने करीब मुबारकबाद जब जाएंगे सारे ने इकट्ठे अब शुक्र इधर आ अब इधर आ सारा लोग गुरुपूर्णिमा दी बहुत बहुत मुबारक हो। भारत माता की जय। भारत माता की जय। वंदे मातरम। वंदे मातरम। वंदे मातरम।